ਇਹਦੇ ਅੰਦਰ ਦਰਅਸਲ ਆਉਂਦੇ 4 ਵੇਰੀਐਂਟਸ 4F 4FA 4FC ਤੇ 4FGD। ਇਹ GD ਹੈ ਉਹ ਪਾਕਿਸਤਾਨ ਨਹੀਂ ਲਾ ਸਕਦੇ ਕਿਉਂਕਿ ਉਹਦਾ ਇੰਜਨ ਦਾ ਜਿਹੜਾ ਹੈ ਨਾ ਉਹਦੇ ਅੰਦਰ ਨੀਲਾ ਡੀਜ਼ਲ ਪੈਂਦਾ ਹੈ। ਇਹਦੇ ਅੰਦਰ ਪਾਕਿਸਤਾਨ ਦਾ ਜਿਹੜਾ ਤੇਲ ਹੈ ਨਾ ਉਹ ਚੱਲ ਜਾਂਦਾ ਹੈ। ਤੇ ਇਹ ਜਿਹੜਾ ਮਾਡਲ ਹੈ ਟੌਪ ਆਫ ਦਾ ਲਾਈਨ ਮਾਡਲ ਹੈ। ਇਹਦੇ ਅੰਦਰ ਇਹਦੇ ਵੱਡੇ ਟਾਇਰ ਹੁੰਦੇ ਆ, ਠੀਕ ਹੈ। ਟੈਂਕ ਕਪੈਸਿਟੀ ਵੱਡੀ ਹੁੰਦੀ ਹੈ, ਇਜ਼ਾਫੀ ਨਾਲ ਟੈਂਕ ਦਿੰਦੇ ਆ। ਪਿਛਲੇ ਟਾਇਰ ਵੀ ਵੱਡੇ ਹੁੰਦੇ ਇਹਦੇ, ਠੀਕ ਹੈ। ਇਹ ਵਾਲੀ ਟੈਂਕੀ ਦੀ ਕਪੈਸਿਟੀ ਵੱਡੀ ਹੈ, 280 ਹੁੰਦੀ ਹੈ। ਅਗਰ ਇਹਨਾਂ ਦੋਨਾਂ ਨੂੰ ਇਕੱਠੇ ਕਰ ਦਈਏ ਤਾਂ ਤਕਰੀਬਨ 600 ਦੇ ਲਾਗੇ ਚੱਲ ਜਾਂਦਾ। ਇਹਦਾ 260 ਹਾਰਸ ਪਾਵਰ ਵਾਲਾ ਇੰਜਨ ਹੈ। ਇਨ ਕੇਸ ਕੋਈ ਇੰਜਨ 'ਚ ਫਾਲਟ ਆਏ ਤੁਸੀਂ ਇੱਥੇ ਸਕੈਨਰ ਵੀ ਲਾ ਸਕਦੇ ਹੋ, ਮਗਰ ਜ਼ਰੂਰਤ ਨਹੀਂ ਹੈ ਕਿਉਂਕਿ ਇਹਦਾ ਅੰਦਰ ਨਾ ਫੋਨ ਨਾਲ ਕਨੈਕਟ ਹੋ ਜਾਂਦੀ ਹੈ। ਜਿਹੜਾ ਵੀ ਫਾਲਟ ਆਏਗਾ ਤੁਹਾਡੇ ਫੋਨ ਤੇ ਵੀ ਆ ਸਕਦਾ ਹੈ, ਠੀਕ ਹੈ। ਉਹ ਬਲੂਟੂਥ ਵਾਲਾ OBD ਲੱਗੇਗਾ। ਆਸਾਨ ਕਾਰੋਬਾਰ ਦੇ ਜ਼ਰੀਏ ਵੀ ਤੁਹਾਨੂੰ ਮਿਲ ਜਾਏਗੀ ਬੈਂਕ ਆਫ ਪੰਜਾਬ ਤੋਂ, ਠੀਕ ਹੈ। ਤੇ ਇਹ ਤੋਂ ਇਲਾਵਾ ਇੱਕ ਹੋਰ ਸਕੀਮ ਆ ਰਹੀ ਹੈ, ਉਹਦੇ ਅੰਦਰ 3 ਕਰੋੜ ਤੱਕ ਦਾ ਲੋਨ ਦੇ ਰਹੀ ਹੈ ਕਸਟਮਰ ਨੂੰ ਨਾ, ਉਹ ਬੈਂਕ ਆਫ ਪੰਜਾਬ ਮਰੀਮ ਸਾਹਿਬਾ, ਤੇ ਉਹਦੇ ਜ਼ਰੀਏ ਤੁਹਾਨੂੰ ਉਹ ਵੀ ਮਿਲ ਜਾਏਗੀ ਮਸ਼ੀਨ ਹੈ। ਤੇ ਉਹਦੇ ਅੰਦਰ ਹੈ ਕਿ ਬਗੈਰ ਕੋਈ ਸੂਦ ਦੇ ਤੁਹਾਨੂੰ 5 ਸਾਲ ਦੀ ਕਿਸ਼ਤ ਦੇ ਅੰਦਰ ਨਾ ਉਹ ਤੁਹਾਨੂੰ ਇਹ ਮਿਲ ਜਾਏਗੀ। ਜੀ अस्सलाम वालेकुम दोस्तों, अपना चैनल PK YouTube चैनल 'ਚ खुश आमदीद दोस्तों। ਅੱਜ ਅਸੀਂ ਮੌਜੂਦ ਹਾਂ ਜੀ ਬਸ਼ੀਰ ਐਗਰੋ ਰਾਈਮੰਡ ਰੋਡ ਤੇ। ਇੱਥੇ ਜੀ ਆ ਸਪੈਸ਼ਲ ਇੱਥੇ ਮਸ਼ੀਨਾਂ ਨੇ ਪਾਕਿਸਤਾਨ ਦੇ ਵਿੱਚ, ਅਸੀਂ ਤਾਂ ਪਹਿਲੀ ਦਫਾ ਹੀ ਦੇਖ ਰਹੇ ਹਾਂ। ਸਪੈਸ਼ਲ ਮਸ਼ੀਨਾਂ ਇਹ ਬਿਲਕੁਲ 0 ਮੀਟਰ ਮਸ਼ੀਨਾਂ ਨੇ, ਇਹ ਤੁਹਾਡੇ ਵਾਸਤੇ ਅੱਜ ਲੈ ਕੇ ਆਏ ਆ। ਆਹ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਇਹ ਸਪੈਸ਼ਲ ਮਕਈ ਕੱਟਣ ਵਾਸਤੇ ਹੈ। ਇਹ ਸਪੈਸ਼ਲ ਇੱਕੋ ਹੀ ਮਕਸਦ ਇਹਦਾ ਮਕਈ ਕੱਟਣਾ। ਤੇ ਇਹ ਭਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਮੁਕੰਮਲ ਇਸ ਮਸ਼ੀਨ ਬਾਰੇ, ਤੁਹਾਨੂੰ ਰਿव्यू ਦਿੰਦੇ ਆ जी। अस्सलाम वालेकुम जी। वालेकुम सलाम भाईजान, की हाल ठीक ठाक हो? जी अल्हम्दुलिल्लाह, आप सुनाएं? ठीक है, अल्लाह करम। भाईजान अपना तारफ कराओ, अपने शोरूम का तारफ कराओ जी पहले। मेरा नाम फैसल तारिक बशीर है जी जी। और मेरे शोरूम का नाम बशीर एग्रो है। तो साढ़े को जी जदीद तरीन मशीनरी होंगी है चाइना की, वो असीं इंपोर्ट करने हैं। ठीक है। साढ़े को करंटली डफांग मशीन की डीलरशिप भी है। ठीक हो गया। तो इधर जो भी आफ्टर सेल सर्विस है 0 मीटर असीं मशीन लाने ਤੇ ਜਿਹੜਾ ਇਹਦਾ ਆਫਟਰ ਸੇਲ ਸਰਵਿਸ ਉਹ ਸਾਰਾ ਕੁਝ ਅਸੀਂ ਨਾਲ ਪ੍ਰੋਵਾਈਡ ਕਰਨੇ ਆ ਕਸਟਮਰ ਨੂੰ। ਅੱਛਾ, ਤੁਸੀਂ ਡੀਲਰਸ਼ਿਪ ਹੈ ਜੀ ਤੁਹਾਡੇ ਕੋਲ ਇਹਨਾਂ ਦੀ? ਜੀ ਜੀ। ਕਿੰਨੀ ਦੇਰ ਤੋਂ ਕੰਮ ਕਰ ਰਹੇ ਪਾਕਿਸਤਾਨ? ਅਸੀਂ ਤੇ 1992 ਤੋਂ ਕਰ ਰਹੇ ਹਾਂ। ਅੱਛਾ, ਮਾਸ਼ਾਅੱਲਾ ਜੀ, ਬਹੁਤ ਪੁਰਾਣੇ ਆ ਜੀ। ਤੇ ਕਿੱਧਰ ਆਪਣੀ ਮਸ਼ੀਨਾਂ ਜਾ ਰਹੀਆਂ? ਸਾਡੀ ਮੋਸਟਲੀ ਜਿਹੜੀ ਹੈ ਨਾ ਪਾਕਪਤਨ ਸੇਲ ਹੁੰਦੀ ਹੈ। ਠੀਕ ਹੋ ਗਿਆ। ਗੁੱਜਰਾਂ ਵਾਲੇ ਵੀ ਹੈ ਕੁਝ ਸੇਲ, ਤੇ ਜ਼ਿਆਦਾਤਰ ਸਾਡੇ ਪਾਕਪਤਨ ਤਕਰੀਬਨ ਸਾਡੀ 40-45 ਮਸ਼ੀਨਾਂ ਸੇਲ ਹੋ ਗਈ ਦੀ। ਠੀਕ ਹੋ ਗਿਆ। ਯਾਨੀ ਕਿ ਇਹ ਸਪੈਸ਼ਲ ਇਹਦਾ ਮਕਸਦ ਹੈ ਮਕਈ ਕੱਟਣਾ? ਜੀ, ਕਿਉਂਕਿ ਜ਼ਿਆਦਾਤਰ ਜਾਂਦੀ ਹੈ ਦੀਪਾਲਪੁਰ, ਸਾਹੀਵਾਲ, ਉਕਾੜਾ ਤੇ ਪਾਕਪਤਨ ਤੇ ਹਵੇਲੀ ਲੱਖਾਂ ਵੀ ਗਈਆਂ ਸਾਰੀਆਂ। ਤੇ ਬੜੇ ਖੁਸ਼ ਹੈ ਕਸਟਮਰ, ਉਹਨਾਂ ਦਾ ਵੀ ਰਿਵਿਊ ਲੈਣਾ ਚਾਹੋ ਤਾਂ ਤੁਸੀਂ ਪਾਕਪਤਨ ਕਿਸੇ ਨੂੰ ਵੀ ਸਾਡਾ ਪੁੱਛ ਸਕਦੇ ਹੋ। ਹਾਂ, ਤੇ ਇਹ ਚਾਈਨਾ ਦੀ ਹੈ ਜੀ? ਜੀ ਚਾਈਨਾ ਦੀ। ਅੱਛਾ, ਤੁਸੀਂ ਸਾਨੂੰ ਇਹਦਾ ਰਿਵਿਊ ਦਿਓ ਜੀ, ਇੱਕ ਐਸੀ ਮਸ਼ੀਨ ਦੇ ਬਾਰੇ ਸਪੈਸੀਫਿਕੇਸ਼ਨ ਦੱਸੋ, ਕਿੰਨੇ ਹਾਰਸ ਪਾਵਰ ਹੈ ਇਸ ਬਾਰੇ ਦੱਸੋ ਜੀ। ਇਹ 260 ਹਾਰਸ ਪਾਵਰ ਹੈ ਮਸ਼ੀਨ, ਤੇ ਇੰਜਨ 2 ਸਾਲ ਦੀ ਵਾਰੰਟੀ ਹੁੰਦੀ ਹੈ। ਤੇ ਇੰਜਨ ਗੇਅਰ ਹਾਈਡਰੋ ਦੀ ਵਾਰੰਟੀ ਹੁੰਦੀ ਹੈ। ਹਾਈਡਰੋ ਮਸ਼ੀਨ ਹੈ ਜੀ? ਜੀ ਹਾਈਡਰੋ ਮਸ਼ੀਨ ਹੈ। ਤੇ ਇਹਦੇ ਅੰਦਰ ਜਿਹੜੇ ਆਏ ਆ ਸਪੈਸੀਫਿਕ ਇਹਦੇ ਟਾਇਰ ਵੱਡੇ ਆ ਇੱਕ ਤੇ, ਠੀਕ ਹੈ। ਪਿਛਲੇ ਮਾਡਲ ਜਿਹੜੇ ਸੀ ਨਾ ਇਹਦੇ ਅੰਦਰ ਦਰਅਸਲ ਆਉਂਦੇ 4 ਵੇਰੀਐਂਟਸ 4F 4FA 4FC ਤੇ 4FGD। ਇਹ GD ਹੈ ਉਹ ਪਾਕਿਸਤਾਨ ਨਹੀਂ ਲਾ ਸਕਦੇ ਕਿਉਂਕਿ ਉਹਦਾ ਇੰਜਨ ਦਾ ਜਿਹੜਾ ਹੈ ਨਾ ਉਹਦੇ ਅੰਦਰ ਨੀਲਾ ਡੀਜ਼ਲ ਪੈਂਦਾ। ਇਹਦੇ ਅੰਦਰ ਪਾਕਿਸਤਾਨ ਦਾ ਜਿਹੜਾ ਤੇਲ ਹੈ ਨਾ ਉਹ ਚੱਲ ਜਾਂਦਾ ਹੈ। ਤੇ ਇਹ ਜਿਹੜਾ ਮਾਡਲ ਹੈ ਟੌਪ ਆਫ ਦਾ ਲਾਈਨ ਮਾਡਲ ਹੈ। ਇਹਦੇ ਅੰਦਰ ਇਹਦੇ ਵੱਡੇ ਟਾਇਰ ਹੁੰਦੇ ਆ, ਠੀਕ ਹੈ। ਟੈਂਕ ਕਪੈਸਿਟੀ ਵੱਡੀ ਹੁੰਦੀ ਹੈ, ਇਜ਼ਾਫੀ ਨਾਲ ਟੈਂਕ ਦਿੰਦੇ ਆ। ਪਿਛਲੇ ਟਾਇਰ ਵੀ ਵੱਡੇ ਹੁੰਦੇ ਇਹਦੇ, ਠੀਕ ਹੈ। ਇਹ ਵਾਲੀ ਟੈਂਕੀ ਦੀ ਕਪੈਸਿਟੀ ਵੱਡੀ ਹੈ, 280 ਹੁੰਦੀ ਹੈ। ਅਗਰ ਇਹਨਾਂ ਦੋਨਾਂ ਨੂੰ ਇਕੱਠੇ ਕਰ ਦਈਏ ਤਾਂ ਤਕਰੀਬਨ 600 ਦੇ ਲਾਗੇ ਚੱਲ ਜਾਂਦੀ ਹੈ, ਠੀਕ ਹੈ। ਵੈਸੇ ਇਹਦੇ ਅੰਦਰ ਤੁਸੀਂ ਪਾਣੀ ਵੀ ਸਟੋਰ ਕਰ ਸਕਦੇ ਹੋ ਜਾਂ ਤੇਲ ਵੀ ਪਾ ਸਕਦੇ ਹੋ, ਕੋਈ ਮਸਲਾ ਨਹੀਂ ਹੈ। 600 ਲੀਟਰ ਤੱਕ ਤੁਸੀਂ ਤੇਲ ਪਾ ਸਕਦੇ ਹੋ? ਹਾਂਜੀ, ਉਹ ਰਿਜ਼ਰਵ ਵਾਸਤੇ ਇਹਦੇ ਅੰਦਰ ਪਾਣੀ ਵੀ ਰੱਖ ਸਕਦੇ ਹੋ, ਠੀਕ ਹੈ। ਅਗਰ ਤੁਸੀਂ ਡੀਜ਼ਲ ਦਾ ਕਰਨਾ ਤਾਂ ਫਿਰ ਕਨੈਕਸ਼ਨ ਸਿੱਧਾ ਇਹਦੇ ਨਾਲ ਕਰ ਦਿਓ ਤੇ ਤੁਹਾਡਾ ਡੀਜ਼ਲ ਵੀ ਰਿਜ਼ਰਵ ਹੋ ਜਾਏਗਾ। ਵੈਰੀ ਗੁੱਡ, ਠੀਕ ਹੈ। ਬਾਕੀ ਇਹਦੇ ਅੰਦਰ ਕੈਮਰੇ ਸ਼ੈਮਰੇ ਆਉਂਦੇ ਆ, ਟੈਂਕ ਕਪੈਸਿਟੀ ਵੱਡੀ ਹੋ ਗਈ ਹੈ ਪਹਿਲੇ ਨਾਲੋਂ, ਠੀਕ ਹੈ। ਤੇ ਇਹ ਰਿਵਰਸ ਕੈਮਰੇ ਲੱਗੇ ਆ ਇਹਦੇ। ਅੱਛਾ ਜੀ, ਆਹ ਕੈਮਰਾ ਪਿੱਛੇ ਲੱਗੇ ਸਾਰ ਸ਼ਹਿਰ। ਇਹ ਇਹਦਾ ਇੰਜਨ ਹੈ। ਇੱਕ ਰੂਟਾਵੇਟਰ ਇਹ ਹੁੰਦਾ, ਠੀਕ ਹੈ। ਇਹਨੇ ਟਾਂਡੇ ਨੂੰ ਇਸ ਤਰ੍ਹਾਂ ਕਰਕੇ ਜ਼ਮੀਨ ਬਣਾਉਣੀ ਹੁੰਦੀ ਹੈ, ਮਤਲਬ ਇਸ ਤਰ੍ਹਾਂ ਦਾ ਘਾਹ ਹੋਏਗਾ ਨਾ, ਟਾਂਡੇ ਇੰਨੇ ਹੁੰਦੇ ਆ ਜਦੋਂ ਕਟਾਈ ਹੁੰਦੀ ਹੈ। ਇਹਦੇ ਨਾਲ ਉਹਨੂੰ ਖਤਮ ਵੀ ਕਰਨਾ ਹੁੰਦਾ ਤੇ ਨਾਲ ਅਗਰ ਕੋਈ ਖੜਾ ਹੋਏ ਤੇ ਉਹਨੂੰ ਬਿਠਾ ਦਿੰਦਾ ਹੈ ਰੋਲਰ ਨਾ। ਅੱਛਾ ਅੱਛਾ, ਠੀਕ ਹੋ ਗਿਆ। ਤੇ ਇਹ ਇਹਦਾ ਸਾਰਾ ਮਕੈਨੀਕਲ ਸਿਸਟਮ ਹੈ, ਠੀਕ ਹੈ। ਇਹ ਇਹਦਾ 260 ਹਾਰਸ ਪਾਵਰ ਵਾਲਾ ਇੰਜਨ ਹੈ। ਇਨ ਕੇਸ ਕੋਈ ਇੰਜਨ 'ਚ ਫਾਲਟ ਆਏ ਤੁਸੀਂ ਇੱਥੇ ਸਕੈਨਰ ਵੀ ਲਾ ਸਕਦੇ ਹੋ, ਮਗਰ ਜ਼ਰੂਰਤ ਨਹੀਂ ਹੈ ਕਿਉਂਕਿ ਇਹਦਾ ਅੰਦਰ ਨਾ ਫੋਨ ਨਾਲ ਕਨੈਕਟ ਹੋ ਜਾਂਦੀ ਹੈ। ਜਿਹੜਾ ਵੀ ਫਾਲਟ ਆਏਗਾ ਤੁਹਾਡੇ ਫੋਨ ਤੇ ਵੀ ਆ ਸਕਦਾ ਹੈ, ਠੀਕ ਹੈ। ਉਹ ਬਲੂਟੂਥ ਵਾਲਾ OBD ਲੱਗੇਗਾ ਇਹਦੇ ਅੰਦਰ। ਬਾਕੀ ਇਹ ਸਾਰਾ ਇਹਦੇ ਗਰੀਸ ਕਰੂਸ ਕਰਨ ਵਾਸਤੇ ਹੁੰਦਾ,
ਕਿ ਤੁਸੀਂ ਅੰਦਰ ਤੇ ਜਾ ਕੇ ਕਰਨਾ ਹੈ ਸਾਰਾ। ਇਹਦੇ ਨਿਪਲਾਂ ਉਹਨਾਂ ਨੇ ਡਾਇਰੈਕਟਿਵ ਬੈਰਿੰਗ ਦੇ ਅੰਦਰ ਕਰ ਛੱਡੀ ਹੈ। ਇਹ ਦੇਖਿਆ, ਇਹ ਹੁਣ ਬਾਹਰ ਹੈ ਤੇ ਇਹਨੂੰ ਨਿੱਪਲ ਨਹੀਂ ਲਾਏ, ਜਿਹੜੇ ਅੰਦਰ ਲੱਗੇ ਆ ਨਾ ਸਾਰੇ, ਤੇ ਉਹਦੇ ਉਹਨਾਂ ਨੇ ਇੱਥੇ ਕਨੈਕਸ਼ਨ ਦੇ ਛੜੇ ਕਿ ਤੁਸੀਂ ਬਾਹਰੋਂ ਬਾਹਰ ਹੀ ਕਰ ਸਕਦੇ ਹੋ, ਤੁਹਾਨੂੰ ਮਜ਼ੀਦ ਉਹ ਐਫਰਟ ਨਹੀਂ ਕਰਨੀ ਪੈਂਦੀ। ਹਾਂ, ਇਹ ਕਿੰਨੇ ਸਿਲੰਡਰ ਤੱਕ ਆਉਂਦਾ ਇਹਦਾ ਇੰਜਨ? ਇਹਦਾ 6 ਸਿਲੰਡਰ ਟਰਬੋ ਇੰਜਨ ਹੁੰਦਾ। ਟਰਬੋ ਇੰਜਨ, ਇਹਦਾ ਹਾਈਡ੍ਰੋਲਿਕ ਪੰਪ ਹੈ। ਹਾਂ ਠੀਕ ਹੈ, AC ਕੰਪਰੈਸਰ ਹੈ। ਠੀਕ ਹੈ, ਇਹ ਲੁਬਰੀਕੇਸ਼ਨ ਸਿਸਟਮ ਹੈ। ਇਹ ਜਿੰਨੇ ਵੀ ਚੈਨ ਹੈ ਨਾ, ਇਹ ਦੇਖੋ ਇਹ ਬਰਸ਼ ਲੱਗਿਆ, ਇਹ ਕਨੈਕਸ਼ਨ ਜਾ ਰਿਹਾ। ਠੀਕ ਹੈ, ਇਹ ਜਿੰਨੇ ਵੀ ਚੈਨ ਹੈ ਨਾ, ਉਹਨਾਂ ਨੂੰ ਇਹ ਖੁਦ ਹੀ ਤੇਲ ਗਰੀਸ ਹੁੰਦੀ ਰਹੇਗੀ। ਅੱਛਾ, ਆਟੋਮੈਟਿਕ ਗਰੀਸ ਹੁੰਦੀ, ਉਹਦਾ ਕੰਟਰੋਲ ਅੰਦਰ ਹੈ। ਇਹ ਵੀ ਬਾਕੀ ਜਿਹੜੇ ਬੈਰਿੰਗ ਹੈ ਇਹਨਾਂ ਦਾ ਉੱਥੇ ਕੰਟਰੋਲ ਆਇਆ, ਉਹ ਪਿੱਛੇ AC ਦਾ। ਬਾਕੀ AC ਦੀ ਜਿਹੜੀ ਫਿਟਿੰਗ ਹੈ ਉਹਨਾਂ ਨੇ ਕੈਬਨ ਦੇ ਅੰਦਰ ਕਰ ਛੜੀ ਹੈ। ਪਹਿਲੇ ਜਿਹੜੀ ਸੀ ਨਾ, ਉਹਨਾਂ ਨੇ ਨਾਲ ਇੱਕ ਕੰਪਰੈਸਰ ਦਿੰਦੇ ਸੀ, ਉਹਦੀ ਇੰਨੀ ਕੂਲਿੰਗ ਨਹੀਂ ਸੀ ਅੱਛੀ ਹੁੰਦੀ, ਤੇ ਨਾਲ ਉਹ ਗੰਦ ਦੀ ਵਜ੍ਹਾ ਨਾਲ ਬਲੌਕ ਹੋ ਕੇ ਕੰਪਰੈਸਰ ਸੜ ਜਾਂਦਾ ਸੀ, ਜਾਂ ਫਿਰ ਉਹ ਸਾਰਾ ਸਿਸਟਮ ਖਰਾਬ ਹੋ ਜਾਂਦਾ ਸੀ। ਤੇ ਇਹਨਾਂ ਨੇ ਸਾਰਾ ਇਹਦੇ ਅੰਦਰ ਹੀ ਕਰ ਛੜਿਆ ਦਾ ਹੁਣ ਸਿਸਟਮ। ਵੈਰੀ ਗੁੱਡ। ਤੇ ਇਹਦੇ ਤੋਂ ਇਲਾਵਾ ਟਾਇਰ ਸਾਈਜ਼ ਕਿਹੜਾ ਆ ਰਿਹਾ ਜੀ ਇਹਦਾ? 15R24 ਦਾ। 15R24 R1 ਸਾਈਜ਼। ਇਹ ਪਾਕਿਸਤਾਨ 'ਚ ਵੀ ਅਵੇਲੇਬਲ ਹੋ ਜਾਂਦੇ ਨੇ? ਪਾਕਿਸਤਾਨ ਵੀ ਮਿਲ ਜਾਂਦੇ, ਮਗਰ ਇਹ ਜਿਹੜੇ ਨਵੇਂ ਸਾਈਜ਼ ਦੇ ਹੈ ਨਾ, ਉਹ ਗੁਲਾਈ 'ਚ ਆਉਂਦੇ ਆ। ਹੁਣ ਇਹ ਜਿਹੜੇ ਹੈ ਨਾ ਚੌੜਾਈ 'ਚ, ਇਹ ਜੇ ਫਿਲਹਾਲ ਤਾਂ ਸਾਡੇ ਕੋਲ ਹੈ, ਮਗਰ ਆਮ ਮਾਰਕੀਟ 'ਚ ਹੋ ਜਾਏਗੀ ਜਲਦੀ। ਅਗਰ ਕੋਈ ਪਾਰਟ ਦੀ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਮੰਗਵਾ ਸਕਦੇ ਹੋ? ਸਾਰਾ ਸਾਡੇ ਕੋਲ ਕਿੰਨੀ ਦੇਰ ਤੱਕ ਪਾਰਟਸ ਸਾਡੇ ਕੋਲ ਰੈਡੀ ਹਾਜ਼ਰ ਹੁੰਦਾ ਹੈ, ਸਟਾਕ ਅਵੇਲੇਬਲ ਸਟਾਕ ਹੁੰਦਾ, ਕਿਉਂਕਿ ਅਸੀਂ ਦੀ ਆਫਟਰ ਸੇਲ ਸਰਵਿਸ ਦੇਣੀ ਹੁੰਦੀ ਹੈ। ਤੇ ਸਾਡੇ ਕੋਲ ਸਾਡਾ ਸਪਾਨ ਹੁੰਦਾ। ਤੇ ਅੱਗੇ ਵੀ ਰੂਟਾ ਲੱਗਾ ਹੈ? ਇਹ ਰੂਟਾ ਲੱਗੇ। ਇੱਥੇ ਪਹਿਲੇ ਬਲੇਡ ਹੁੰਦੇ ਸੀ, ਜਿਹੜੇ 4FC ਮਾਡਲ ਹੈ, 4F ਮਾਡਲ ਹੈ ਨਾ, ਉਹਨਾਂ ਅੰਦਰ ਬਲੇਡ ਆਉਂਦੇ ਆ। ਤੇ ਉਹ ਬਲੇਡ ਨਾ ਅਕਸਰ ਜਦੋਂ ਚੱਲਦੇ ਆ ਨਾ, ਤੇ ਉਹ ਘਸ ਜਾਂਦੇ ਆ, ਫਿਰ ਉਹਨਾਂ ਨੂੰ ਰਗੜਾਈ ਕਰਨੀ ਹੁੰਦੀ ਹੈ। ਇਹਨਾਂ ਨੂੰ ਉਹ ਨਹੀਂ ਕਰਨਾ ਪੈਣਾ। ਇਹਨਾਂ ਨੂੰ ਜਦੋਂ ਤੱਕ ਇਹ ਟੁੱਟ ਜਾਏਗੇ, ਉਹਨੂੰ ਫਿਰ ਨਾਲ ਰਿਪਲੇਸ ਕਰ ਦਿਓ, ਉਹੀ ਇਹਦਾ ਹੱਲ। ਠੀਕ ਹੋ ਗਿਆ ਜੀ। ਆ ਨਾਲ ਜੈਕ ਜੋ ਸਿਸਟਮ ਲਾਇਆ ਜੀ ਨਾਲ? 2 ਜੈਕ ਲੱਗੇ। 2 ਜੈਕ ਹੈ। ਇਹ ਅੱਗੋਂ ਹੁਣ ਅਸੀਂ ਬਲੇਡ ਲਾਉਂਦੇ ਆ ਜੀ, ਆ ਜਿਹੜਾ ਫਰੰਟ ਲੱਗਾ ਹੈ। ਇਹਦਾ ਪਹਿਲੇ ਆਂਦਾ ਸੀ 550 mm ਦਾ, ਉਹਨਾਂ ਨੇ 600 mm ਕਰ ਛੜਿਆ। ਉਹਦੇ ਨਾਲ ਇਹ ਕਿ ਨਬੇੜਾ ਜਿਹੜਾ ਨਾ ਜਲਦੀ ਹੋ ਜਾਂਦਾ। ਜਿਹੜਾ ਅਗਰ ਫਰਜ਼ ਹੈ ਕਿ 40 ਮਿੰਟ 'ਚ ਕਿੱਲਾ ਕੱਟਦੇ ਸੀ ਨਾ, ਉਹ ਹੁਣ ਅੱਧੇ ਘੰਟੇ 'ਚ ਕੱਟ ਲੈਂਦੀ। ਅੱਛਾ, ਤੇ ਮਕਈ ਦਾ ਕਿੰਨਾ ਫਾਸਲਾ ਰੱਖਿਆ ਵਾ ਵਿੱਚ? ਇਹ ਤਕਰੀਬਨ 25 ਜਿੰਨਾ ਮਰਜ਼ੀ। ਇਹਦਾ ਵੈਸੇ ਮਸਲਾ ਕੋਈ ਨਹੀਂ ਹੈ, ਕਿਉਂਕਿ ਇਹ ਚੱਪੂ ਚੈਨ ਹੁੰਦਾ ਹੈ, ਇਹਨੂੰ ਬਾਹਰੋਂ ਖਿੱਚ ਕੇ ਅੰਦਰ ਨੂੰ ਸੁੱਟਣਾ ਹੁੰਦਾ ਸਾਰਾ। ਅੱਛਾ, ਇਹਦੇ ਲਈ ਕੋਈ ਨਹੀਂ ਫਿਕਸ ਵੀ ਇੰਨੇ? ਅਗਰ ਹੋਏ ਨਾ 30 ਇੰਚ ਤੱਕ ਇਹ ਕੱਟ ਲੈਂਦੀ ਆਰਾਮ ਨਾਲ। ਡਬਲ ਖੇਲ ਹੋਏ, ਸਿੰਗਲ ਖੇਲ ਹੋਏ, ਇਹਨੂੰ ਕੋਈ ਮਸਲਾ ਨਹੀਂ ਹੈ। ਹਾਂ, ਵੈਰੀ ਗੁੱਡ। ਅੱਛਾ ਜੀ, 1 2 3 4 5 4 ਖੇਲਾਂ ਵਾਲੀ ਹੁੰਦੀ ਹੈ। ਇਹਦੇ ਅੰਦਰ 8 ਖੇਲਾਂ ਵਾਲੀ ਵੀ ਆਉਂਦੀ ਹੈ, ਮਗਰ ਉਹ ਪਾਕਿਸਤਾਨ ਸੂਟੇਬਲ ਨਹੀਂ, ਕਿਉਂਕਿ ਉਹ ਕਟਰ ਫੋਲਡ ਨਹੀਂ ਹੁੰਦਾ। ਤੇ ਜੇ ਰੋਡ ਤੇ ਚੱਲਦੀ ਹੈ ਨਾ, ਜਦੋਂ ਅੱਗੇ ਪਿੱਛੇ ਹੁੰਦਾ, ਤੇ ਫਿਰ ਉਹ ਜਿਹੜੀ ਅੱਗੇ ਟ੍ਰੈਫਿਕ ਆਉਂਦੀ ਉਹਨਾਂ ਨੂੰ ਡਿਸਟਰਬ ਕਰਦੀ। ਅਸੀਂ ਹੁਣ ਜੀ ਉੱਤੇ ਚੱਲਦੇ, ਸਾਨੂੰ ਅੰਦਰੋਂ ਇਹਦਾ ਫੰਕਸ਼ਨ ਨਾਲ ਦਿਖਾ ਲਓ ਜੀ। ਕੋਈ ਹੁਣ ਤੁਹਾਨੂੰ ਅੰਦਰ ਵਾਲਾ ਇਹਦਾ ਫੰਕਸ਼ਨ ਚੈੱਕ ਕਰਾ ਲਦੇ ਹਾਂ। ਇਹਦਾ ਟੂਲ ਬਾਕਸ ਹੁੰਦਾ ਸਾਰਾ। ਇਹਦਾ ਵਾਰੰਟੀ ਕਾਰਡ ਵਗੈਰਾ ਸਾਰਾ ਕੁਝ ਇਹਦਾ ਹੁੰਦਾ। ਤੇ ਇਹਦਾ ਸਾਰਾ ਨਾਲ ਜਿਹੜਾ ਇਜ਼ਾਫੀ ਟੂਲ ਹੁੰਦਾ ਉਹ ਨਾਲ ਦੇ ਟੂਲ ਬਾਕਸ ਨਾਲ ਮਿਲਦਾ ਜੀ। ਆ ਜੀ ਸਟੀਅਰਿੰਗ ਇਹਦਾ ਜੀ, ਇਹ ਇਹਦਾ ਫਾਇਰ ਐਕਸਟਿੰਗੁਇਸ਼ਰ ਸਾਰਾ ਕੁਝ ਨਾਲ ਲੱਗੇ ਦਾ। ਇਹ ਵੀ ਇਹਦਾ ਹੀ ਹੈ। ਠੀਕ ਹੈ, ਰੰਬੀ ਸ਼ੰਬੀ ਕੋਈ ਗਾਲਾ ਸ਼ਾਲਾ ਫਸ ਜਾਂਦਾ। ਅੱਛਾ, ਇਹ ਆਪਰੇਟ ਕਰਕੇ ਦਿਖਾਓ। ਇਹਦਾ ਦੇਖਿਆ AC ਇੱਥੇ ਆ ਗਿਆ, ਪਹਿਲੇ ਇੱਥੇ ਹੁੰਦਾ ਸੀ। ਠੀਕ ਹੈ, ਉਹਦੇ ਨਾਲ ਸਿਰਫ ਇਸ ਬੰਦੇ ਨੂੰ ਹਵਾ ਲੱਗਦੀ ਸੀ, ਡਰਾਈਵਰ ਨੂੰ ਨਹੀਂ ਸੀ ਲੱਗਦੀ। ਤੇ ਹੁਣ ਇਹ ਸਾਰੇ ਪੂਰੇ ਕੈਬਨ 'ਚ ਰੋਟੇਟ ਕਰਦੀ। ਇਹਦੇ 3 ਕੈਮਰੇ ਹੁੰਦੇ ਆ, 4 ਦੀ ਕਪੈਸਿਟੀ ਹੁੰਦੀ ਹੈ, ਮਗਰ 3 ਕੰਪਨੀ ਵੱਲੋਂ ਆਉਂਦੇ। ਅਗਰ ਕਿਸੇ ਨੇ ਇਜ਼ਾਫੀ ਲਾਉਣਾ ਹੈ, ਉਹ ਕੈਮਰਾ ਇੱਥੇ ਵੀ ਲਾ ਸਕਦਾ ਹੈ, ਜਾਂ ਜਿੱਥੇ ਉਹਨੂੰ ਜ਼ਰੂਰਤ ਹੋਵੇ ਉੱਥੇ ਲਾ ਸਕਦਾ। ਤੇ ਇਹਦੇ ਇਸ ਸਕਰੀਨ ਨਾਲ ਰਿਕਾਰਡਿੰਗ ਵੀ ਹੁੰਦੀ ਹੈ ਤੁਹਾਡੀ ਨਾ। ਇੱਥੇ SD ਕਾਰਡ ਪੈ ਜਾਂਦਾ। ਇਹ ਬੈਕ ਸਾਈਡ 'ਤੇ ਆਓ, ਮੈਂ ਤੁਹਾਨੂੰ ਦਿਖਾ ਦਿੰਦਾ। ਤੇ ਇਹ ਬੈਕ ਸਾਈਡ 'ਤੇ ਨਾ ਇੱਥੇ ਕਰਕੇ SD ਕਾਰਡ ਪੈ ਜਾਂਦਾ, ਜਿਹਦੀ ਵਜ੍ਹਾ ਨਾਲ ਇਹਦੀ ਰਿਕਾਰਡਿੰਗ ਵਗੈਰਾ ਫਿਰ ਸਾਰੀ ਸਟਾਰਟ ਹੋ ਜਾਂਦੀ। ਅੱਛਾ, ਇੱਥੋਂ ਅਪਗ੍ਰੇਡ ਕਰਨ ਦਾ ਦੱਸੋ ਥੋੜਾ ਤਰੀਕਾ। ਇਹਨੂੰ ਇੱਥੋਂ ਸੈਲਫ ਨਾਲ ਸਟਾਰਟ ਕਰਨਾ ਤੁਸੀਂ ਪਹਿਲੇ। ਇਹ ਤੁਹਾਡੀ ਇਸ ਵੇਲੇ ਮਸ਼ੀਨ ਸਟਾਰਟ ਹੋ ਗਈ ਹੈ। ਹਾਂਜੀ, ਠੀਕ ਹੈ। ਇਹ ਇਹਦਾ ਆਟੋਮੈਟਿਕ ਹੈ, ਜਿਸ ਤਰ੍ਹਾਂ ਗੱਡੀ 'ਚ ਨਹੀਂ ਹੁੰਦਾ, D 'ਚ ਪਾਓਗੇ ਤੇ ਅੱਗੇ ਨੂੰ ਜਾਏਗੀ। ਹਾਂਜੀ, ਇਹ D ਨੂੰ ਦਬਾਇਆ ਤੇ ਅੱਗੇ ਨੂੰ ਚੱਲ ਗਈ। ਇਹ ਨਿਊਟਰਲ ਹੋ ਗਈ ਹੈ। ਇਹ ਰਿਵਰਸ ਕਰਾਂਗੇ ਤੇ ਆਗ ਆ ਜਾਏਗੀ। ਅੱਛਾ, ਇੱਥੇ ਸਿਸਟਮ ਹੈ ਜੀ। ਇਹ ਇਹਦੀ ਹੱਥ ਵਾਲੀ ਰੇਸ ਹੁੰਦੀ ਹੈ, ਹੈਂਡ ਰੇਸ। ਠੀਕ ਹੈ, ਇਹਦੇ ਅੰਦਰ ਇੱਕ ਮੋਡ ਹੁੰਦੇ ਆ, ਫਿਊਲ ਸੇਵਿੰਗ ਮੋਡ ਹੁੰਦੇ ਆ। ਇਹ ਸਭ ਤੋਂ ਇਕਨੋਮਿਕਲ ਮੋਡ ਹੁੰਦਾ ਹੈ। ਮੀਡੀਅਮ ਲੋਡ ਵਾਲਾ ਹੁੰਦਾ ਹੈ, ਹੈਵੀ ਹੁੰਦਾ ਹੈ। ਜੋ ਤੁਸੀਂ ਕਟਾਈ ਕਰਨੀ ਹੈ ਨਾ, ਤੁਸੀਂ ਮੀਡੀਅਮ ਤੇ ਹਾਈ 'ਚ ਕਰਨੀ ਹੈ। ਲੋ 'ਚ ਤੁਸੀਂ ਜੋ ਟਰੈਵਲਿੰਗ ਕਰਨੀ ਹੈ ਅੱਗੇ ਪਿੱਛੇ ਤੇ ਫੇਰ ਕਰਨੀ ਹੈ, ਤਾਂ ਕਿ ਤੇਲ ਘੱਟ ਤੋਂ ਘੱਟ ਇਸਤੇਮਾਲ ਹੋ। ਇਹਦੇ ਅੰਦਰ 3 ਗੇਅਰ ਹੁੰਦੇ ਆ। ਇਹ ਫੋਨ ਚਾਰਜਿੰਗ ਵਾਸਤੇ ਬਣਾਇਆ ਦਾ ਉਹਨਾਂ ਨੇ।
ਇੱਥੋਂ ਵੀ ਕਰ ਸਕਦੇ ਆ, ਇੱਕ ਅੱਗੋਂ ਵੀ ਹੈ USB, ਉੱਥੋਂ ਵੀ ਕਰ ਸਕਦੇ ਹੋ। ਅੱਛਾ, ਕੋਈ ਐਡਾ ਪਸੀਦਾ ਕੰਮ ਨਹੀਂ ਹੈ, ਆਮ ਤੋਂ ਆਮ ਬੰਦਾ ਜਿਹੜਾ ਇਹਨੂੰ ਆਮ ਬੰਦਾ ਆਪਰੇਟ ਕਰ ਸਕਦਾ, ਜੋ ਗੱਡੀ ਚਲਾ ਸਕਦਾ ਉਹ ਕਰ ਸਕਦਾ। ਜਿਹੜਾ ਬੰਦਾ ਗੱਡੀ ਚਲਾ ਸਕਦਾ ਉਹ ਇਹਨੂੰ ਹੀ ਚਲਾ ਸਕਦਾ। ਜੀ ਜੀ, ਇਸ ਤਰ੍ਹਾਂ ਇਹਦਾ ਔਖਾ ਕੰਮ ਕੋਈ ਨਹੀਂ ਕਰਨ ਦਾ। ਬਾਕੀ ਏਸੀ ਸਿਸਟਮ ਹੈ, ਕੈਬਨ ਵਿੱਚ ਲੱਗਾ ਹੈ। ਇਹ ਭਾਈ ਅਗਰ ਲੈਣੀ ਹੋਏ ਤੇ ਕੀ ਹੱਦ ਸਟਾਕ ਹੈ ਜਾਂ ਬੁੱਕ ਕਰਾਉਣੀ ਪੈਂਦੀ? ਬੁੱਕ ਫਿਲਹਾਲ ਤੇ ਸਾਡੇ ਕੋਲ ਇੱਕ ਹੀ ਯੂਨਿਟ ਸੀ, ਉਹ ਵਿਕ ਗਿਆ ਹੈ। ਬਾਕੀ ਇਹ ਸਾਰੇ ਬੈਂਕ ਤੇ ਪੰਜਾਬ ਦੇ ਜ਼ਰੀਏ ਜਾ ਰਹੀ ਹੈ। ਇਹ ਬੈਂਕ ਆਫ ਪੰਜਾਬ ਜੀ, ਆਸਾਨ ਕਾਰੋਬਾਰ ਦੇ ਜ਼ਰੀਏ ਨਾ। ਅੱਛਾ, ਤੇ ਕਿੰਨੇ % ਤੇ ਮਿਲਦੀ ਪਈ ਹੈ? 0% ਨਾ। 0%? ਕਿੰਨੇ ਸਾਲਾਂ ਲਈ? 5 ਸਾਲ ਦੀ ਸਬਸਿਡੀ। 5 ਸਾਲ ਦੀ ਇੰਸਟਾਲਮੈਂਟ ਲੈਣਾ। ਅੱਛਾ, ਇਹ ਕਿਹੜੀ ਸਕੀਮ ਚ ਨੇ? ਆਸਾਨ ਕਾਰੋਬਾਰ ਦੇ ਜ਼ਰੀਏ ਵੀ ਤੁਹਾਨੂੰ ਮਿਲ ਜਾਏਗੀ ਬੈਂਕ ਆਫ ਪੰਜਾਬ ਤੋਂ। ਠੀਕ ਹੋ ਗਿਆ। ਠੀਕ ਹੈ, ਤੇ ਇਹ ਤੋਂ ਇਲਾਵਾ ਇੱਕ ਹੋਰ ਸਕੀਮ ਆ ਰਹੀ ਹੈ, ਉਹਦੇ ਅੰਦਰ 3 ਕਰੋੜ ਤੱਕ ਦਾ ਲੋਨ ਦੇ ਰਹੀ ਹੈ ਕਸਟਮਰ ਨੂੰ ਨਾ, ਉਹ ਬੈਂਕ ਆਫ ਪੰਜਾਬ ਮਰੀਮ ਨਵਾਜ਼ ਸਾਹਿਬਾ, ਤੇ ਉਹਦੇ ਜ਼ਰੀਏ ਤੁਹਾਨੂੰ ਉਹ ਵੀ ਮਿਲ ਜਾਏਗੀ ਮਸ਼ੀਨ ਹੈ। ਤੇ ਉਹਦੇ ਅੰਦਰ ਹੈ ਕਿ ਬਗੈਰ ਕੋਈ ਸੂਦ ਦੇ ਤੁਹਾਨੂੰ 5 ਸਾਲ ਦੀ ਕਿਸ਼ਤ ਦੇ ਅੰਦਰ ਨਾ ਉਹ ਤੁਹਾਨੂੰ ਇਹ ਮਿਲ ਜਾਏਗੀ। ਠੀਕ ਹੈ, ਐਗਰੀਕਲਚਰ ਮਸ਼ੀਨਰੀ ਜਿਹੜੀ ਸਕੀਮਾਂ ਆ ਰਹੀਆਂ ਉਹਦੇ ਵਿੱਚ ਇਹ ਵੀ ਸ਼ਾਮਲ ਹੈ ਵਾ 0% ਮਾਰਕ। ਜਿਸ ਤਰ੍ਹਾਂ ਟਰੈਕਟਰ ਦੀ ਸਕੀਮ ਹੈ ਨਾ, ਉਸ ਤਰ੍ਹਾਂ ਜ਼ਰਾਇਤ ਦੀ ਵੀ ਮਸ਼ੀਨਰੀ ਹੁਣ ਆ ਗਈ ਇੰਕਲੂਡ ਕਰਕੇ। ਇਹ ਸਪੈਸ਼ਲੀ ਮੈਨੂੰ ਲੱਗਦਾ ਬਣਾਈਆਂ ਵੀ ਸਕੀਮ ਵਾਸਤੇ ਗਈਆਂ ਨੇ। ਗ੍ਰੀਨ ਕਲਰ ਆਇਆ ਇਹਨਾਂ ਦੇ? ਨਹੀਂ, ਹੁੰਦੀ ਹੈ ਲਾਲ ਰੰਗ 'ਚ, ਮਗਰ ਸਾਡੇ ਪਾਕਿਸਤਾਨ ਦੇ ਜਿਹੜੇ ਹੈ ਨਾ, ਸਾਨੂੰ ਉਹਨਾਂ ਨੂੰ ਲਾਲ ਰੰਗ ਚਾਈਨੀਆਂ ਨੂੰ ਪਸੰਦ ਹੈ ਤੇ ਸਾਨੂੰ ਹਰੇ ਰੰਗ ਪਸੰਦ ਹੈ। ਅਸੀਂ ਤਾਂ ਵਾਸਤੇ ਇਹਨੂੰ ਸਪੈਸ਼ਲ ਹਰੇ ਰੰਗ 'ਚ ਲਾਇਆ। ਬਾਕੀ ਭਾਈ ਹੁਣਾਂ ਦਾ ਇਹ ਕਹਿਣਾ ਜੀ, ਇਹ ਸਕੀਮ ਦੇ ਵਿੱਚ ਅਗਰ ਕੋਈ ਲੈਣਾ ਚਾਹੇ 5 ਸਾਲਾਂ ਲਈ ਆਸਾਨ ਇਕਸਾਰ ਤੇ ਬਿਲਕੁਲ 0% ਇੰਟਰਸਟ ਨਹੀਂ ਲੱਗੇਗਾ, ਬਿਲਕੁਲ 0% ਤੇ ਸੂਦ ਤੋਂ ਬਗੈਰ। ਤੇ ਭਾਈ ਆਪਣਾ ਮਜ਼ੀਦ ਐਡਰੈਸ, ਰਾਬਤਾ ਨੰਬਰ ਸ਼ੇਅਰ ਕਰ ਦਿਓ ਤੇ ਕਿਵੇਂ ਬੰਦਾ ਹਾਸਲ ਕਰ ਸਕਦਾ? ਤੁਸੀਂ ਅਗਰ ਤੇ ਕੈਸ਼ ਚਾਹੀਦੇ ਫਿਰ ਤੇ ਤੁਹਾਨੂੰ ਉਸੇ ਵੇਲੇ ਤੁਸੀਂ ਬੁਕਿੰਗ ਕਰਾਓ, ਤੁਹਾਨੂੰ ਮਹੀਨੇ ਦੇ ਅੰਦਰ ਮਿਲ ਜਾਏਗੀ। ਅਗਰ ਤੁਸੀਂ ਬੈਂਕ ਦੇ ਜ਼ਰੀਏ ਲੈਣੀ ਹੈ ਫਿਰ ਤੁਹਾਨੂੰ ਬੈਂਕ ਤੇ ਥੋੜਾ ਜਿਹਾ ਨਾ ਤੁਹਾਨੂੰ ਉਹਦੇ ਡਾਕੂਮੈਂਟਸ ਆ ਉਹ ਪੂਰੇ ਕਰੋਗੇ ਤੇ ਉਹ ਫਿਰ ਉਹਦਾ ਵੈਰੀਫਾਈ ਕਰੇਗੇ ਕਿ ਆਹੋ ਠੀਕ ਹੈ, ਇਹਨਾਂ ਦਾ ਸਾਰਾ ਕੁਝ ਓਕੇ ਹੈ। ਤੇ ਇਹਦੀ ਕੋਈ ਰਿਕੁਆਇਰਮੈਂਟ ਹੈ ਬੈਂਕ ਦੀ ਵੀ ਕਿੰਨੀ ਇੰਨੀ ਜ਼ਮੀਨ ਹੋਣੀ ਚਾਹੀਦੀ ਆ? ਉਹ ਸਾਰਾ ਬੈਂਕ ਵਾਲੇ ਬਿਹਤਰ ਗਾਈਡ ਕਰ ਦੇਗੇ, ਮਗਰ ਬੈਂਕ ਆਫ ਪੰਜਾਬ ਹੀ ਸਿਰਫ ਕਰ ਰਿਹਾ। ਸਿਰਫ ਬੈਂਕ ਆਫ ਪੰਜਾਬ? ਉਹ ਕਿਉਂਕਿ ਬੈਂਕ ਵਾਲਿਆਂ ਨੇ ਜਦੋਂ ਤੁਹਾਡੀ ਜ਼ਮੀਨ ਦੇਖਣੀ ਹੈ ਉਹਦੀ ਵੈਲਿਊ ਅਸੈਸ ਕਰਨੀ ਹੈ, ਇਹਦੀ ਮਾਰਕੀਟ ਵੈਲਿਊ ਕੀ ਹੈ, ਤੇ ਉਹ DC ਰੇਟ ਤੇ ਅਸੈਸ ਹੋਏਗੀ। ਹਾਂ, ਤੇ ਭਾਈ ਮਜ਼ੀਦ ਆਪਣਾ ਐਡਰੈਸ, ਰਾਬਤਾ ਨੰਬਰ ਸ਼ੇਅਰ ਕਰ ਦਿਓ। 0332 4890 438 ਮੇਰਾ ਨੰਬਰ ਹੈ ਤੇ ਲਾਹੌਰ ਰਾਈਵਨ ਰੋਡ ਤੇ ਸਾਡਾ ਸ਼ੋਰੂਮ ਹੈ। ਤੇ ਬਾਕੀ ਜਦੋਂ ਤੁਸੀਂ ਆਉਣਾ ਚਾਹੋ ਮੈਨੂੰ ਰਾਬਤਾ ਕਰ ਲਓ ਜਾਂ ਭਾਈ ਉਹਨਾਂ ਨੂੰ ਦੱਸ ਦਿਓ ਤੇ ਮੈਂ ਹਾਜ਼ਰ ਹਾਂ। ਠੀਕ ਹੈ ਭਾਈਜਾਨ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। अस्सलाम वालेकुम।